Hello my dear friends and my dear students, welcome to Vidya English class। ਤਾਂ ਅੱਜ ਮੈਂ ਤੁਹਾਡਾ ਆਪਣਾ ਗਗਨਦੀਪ ਤੁਹਾਡੇ ਲਈ ਇੱਕ ਕੁਇਜ਼ ਲੈ ਕੇ ਆਇਆਗਾ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਕੁਇਜ਼ ਜੋ ਪੰਜਾਬ ਪੁਲਿਸ ਕਾਂਸਟੇਬਲ ਦੇ ਲੈਵਲ ਦਾ ਹੈ ਉਸ ਲੈਵਲ ਦਾ ਇਹ ਪਾਇਆ ਹੋਇਆ ਹੈਗਾ। ਇਸ ਲਈ ਜੋ ਸਟੂਡੈਂਟ ਬਾਕੀ ਤਿਆਰੀ ਕਰ ਰਹੇ ਨੇਗੇ, ਕਿਸੇ ਹੋਰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇਗੇ, ਤਾਂ ਉਹਨਾਂ ਹਰ ਇੱਕ ਦੇ ਲਈ ਇਹ ਨਹੀਂ ਹੈਗਾ ਗਾ, ਸੋ ਇਹ ਗੱਲ ਧਿਆਨ ਰੱਖਣ। ਬਟ ਹਾਂ, ਇੱਕ ਬੇਸਿਕ ਟੈਸਟ ਹੈਗਾ, ਇਹ ਕੰਮ ਹਰ ਇੱਕ ਦੇ ਆਉਣ ਵਾਲਾ ਗਾ। ਇਹ ਸਭ ਤੋਂ ਪਹਿਲਾਂ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਹੀ ਰਿਹਾ ਹੈਗਾ, ਤੁਹਾਡਾ ਇੱਕ ਟੈਸਟ ਪਿਆ ਹੈਗਾ। ਮੈਂ ਤੁਹਾਨੂੰ ਇੱਕ ਵਾਰੀ ਪੜ੍ਹ ਕੇ ਦੱਸ ਦੇਵਾਂ ਅਤੇ ਨਾਲ ਹੀ ਤੁਹਾਨੂੰ ਸਮਝਾ ਦੇਵਾਂ ਕਿ ਇਹਨੂੰ ਕਰਨਾ ਕੀ ਹੈਗਾ, ਕਰਨਾ ਕਿਵੇਂ ਹੈਗਾ, ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ। ਸੈਂਟੈਂਸ 1 ਤੋਂ ਲੈ ਕੇ ਸੈਂਟੈਂਸ 3 ਤੱਕ, ਤਿੰਨ ਦਾ ਇਹ ਮੈਂ ਇੱਕ ਬਣਾਇਆ ਹੋਇਆ ਹੈਗਾ, ਗਰੁੱਪ ਬਣਾਇਆ ਹੋਇਆ। ਪਹਿਲੇ 3 ਦੇ ਵਿੱਚ ਆਰਟੀਕਲਸ ਨੇਗੇ ਏ ਐਨ ਦਾ ਅਤੇ ਨਾਲ ਹੈ ਨੋ ਆਰਟੀਕਲ। ਉਸ ਤੋਂ ਬਾਅਦ ਜੋ 5th ਤੋਂ ਲੈ ਕੇ 4th 5th ਅਤੇ 6th ਹੈ, ਇਹਦੇ ਵਿੱਚ ਤੁਹਾਡੇ ਪ੍ਰੈਪੋਜੀਸ਼ਨਸ ਨੇ। ਤੁਸੀਂ ਆਪਸ਼ਨ ਨਾਲ ਤੁਹਾਡੇ ਦਿੱਤੀਆਂ ਹੋਈਆਂ ਬ੍ਰੈਕਟ ਦੇ ਵਿੱਚ ਤੁਸੀਂ ਇਹਨਾਂ ਨੂੰ ਸੋਲਵ ਕਰਨਾ ਗਾ। ਇਸ ਤੋਂ ਬਾਅਦ 7th 8th 9th ਜੋ ਹੈ ਉਹ 'ਚ ਆਇਡੈਂਟੀਫਾਈ ਕਰਨੀ ਹੈ ਵਰਬ ਨੂੰ, ਵਰਬ ਦੀ ਫਾਰਮ ਪਹਿਚਾਨਣੀ ਹੈ, ਦੱਸਣੀ ਹੈ ਤੁਸੀਂ ਕਿਹੜੀ ਹੈਗੀ। ਅਤੇ ਮੈਂ ਚਾਹੂੰਗਾ ਤੁਸੀਂ ਨਾਲ ਦੀ ਨਾਲ ਜਿਵੇਂ ਜਿਵੇਂ ਦੇਖੀ ਜਾਂਦੇ ਨਾਲ ਦੀ ਨਾਲ ਆਨਸਰ ਲਿਖੀ ਚੱਲੋ, ਅਤੇ ਜਿਹੜੇ ਉਹਦੇ ਆਨਸਰ ਨੇਗੇ ਉਹ ਵੀ ਤੁਹਾਡੀ ਮੈਂ ਇੱਥੇ ਦਊਂਗਾ ਅਤੇ ਨਾਲ ਡਿਟੇਲ ਵੀ ਦਊਂਗਾ ਵੀ ਇਹਦਾ ਆਨਸਰ ਇਹੀ ਕਿਉਂ ਆਇਆ ਗਾ। ਓਕੇ, ਗੋਟ ਇਟ। ਨੈਕਸਟ ਹੈ ਤੁਹਾਡਾ, ਅਗਰ ਆਪਾਂ 8th 9th 10th ਦੀ ਗੱਲ ਕਰੀਏ, ਇਹਦੇ ਵਿੱਚ 9th 10th ਤੋਂ ਬਾਅਦ 10th 11th ਅਤੇ 12th ਦੀ ਗੱਲ ਕਰੀਏ, ਤਾਂ ਇਹਦੇ ਵਿੱਚ ਵਰਬ ਦੀਆਂ ਫਾਰਮਸ ਭਰਨੀਆਂ ਤੁਸੀਂ, ਜਾਂ ਤੁਸੀਂ ਕਹਿ ਲਓ ਕਿ ਇਹਦੇ ਵਿੱਚ ਹੈਲਪਿੰਗ ਵਰਬਸ ਨੇਗੀਆਂ। ਮਤਲਬ ਇਹਨੂੰ ਬੋਲਦੇ ਆ ਸਬਜੈਕਟ ਵਰਬ ਅਗਰੀਮੈਂਟ, ਕਿ ਸਬਜੈਕਟ ਦੇ ਹਿਸਾਬ ਦੇ ਨਾਲ ਤੁਸੀਂ ਇੱਥੇ ਲਗਾਉਣਾ, ਇਜ਼ ਲੱਗੇਗਾ, ਐਮ ਲੱਗੇਗਾ, ਆਰ ਲੱਗੂ ਜਾਂ ਵਾਸ ਲੱਗੇਗਾ। ਔਰ ਇਸ ਤੋਂ ਬਾਅਦ ਜੋ ਤੁਹਾਨੂੰ ਬਹੁਤ ਪਸੰਦ ਆ ਮੈਨੂੰ ਪਤਾ, ਵੋਇਸ 13th 14th ਅਤੇ 15th ਦੇ ਵਿੱਚ ਵੋਇਸ ਹੈ, ਉਹਦੀ ਆਪਸ਼ਨ ਦਿੱਤੀਆਂ ਹੋਈਆਂ ਨੇ ਤੁਹਾਡੇ ਕੋਲ, ਅਤੇ ਤੁਸੀਂ ਵੇਖਣਾ ਇਹਨਾਂ ਵਿੱਚੋਂ ਕਿਹੜੀ ਠੀਕ ਹੈਗੀ। ਇਹ ਤੁਹਾਡੀ ਟੈਸਟ ਜਿਹੜਾ ਹੈ ਤੁਹਾਡਾ ਕੁੱਲ ਮਿਲਾ ਕੇ ਜ਼ਿਆਦਾ ਨਹੀਂ, ਸਿਰਫ 10 ਮਿੰਟ ਵੀ ਨਹੀਂ ਲੱਗਣੇਗੇ ਮੈਨੂੰ ਲੱਗਦਾ ਇਹਦੇ ਵਿੱਚ ਤੁਹਾਡੇ। ਮੈਂ ਨਾਲ ਤੁਹਾਨੂੰ ਆਨਸਰ ਵੀ ਦੇਵਾਂਗਾ, ਤਾਂ ਤੁਸੀਂ ਹੁਣ ਆਏ ਕੀ ਕਰਨਾ ਗਾ, ਤੁਸੀਂ ਚੰਗੀ ਤਰ੍ਹਾਂ ਵੇਖ ਲਓ ਇਹਨੂੰ, ਚਾਹੇ ਸਕਰੀਨਸ਼ਾਟ ਲੈ ਲਓ, ਚਾਹੇ ਜੋ ਵੀ ਕੁਛ ਕਰ ਲਓ, ਤੁਸੀਂ ਇਹਨੂੰ ਨੋਟ ਕਰ ਲਓ ਤੁਸੀਂ। ਅਤੇ ਹੁਣੇ ਹੀ ਤੁਸੀਂ ਕੀ ਕਰੋ, ਸਕਰੀਨ ਦੇ ਉੱਪਰ ਕਲਿੱਕ ਕਰਕੇ ਇਹਨੂੰ ਵੀਡੀਓ ਨੂੰ ਪੌਜ਼ ਕਰੋ, ਤਾਂ ਕਿ ਤੁਸੀਂ ਨਾਲ ਦੀ ਨਾਲ ਇਹਨੂੰ ਸੋਲਵ ਕਰ ਸਕੋ। ਚਲੋ ਜੀ, ਕਰ ਦਿਓ ਫਿਰ, ਸ਼ੁਰੂਆਤ ਕਰ ਦਿਓ। ਅਸੀਂ ਕਾਹਦੇ ਵੇਟ ਕਰ ਰਹੇ ਹੋਗੇ? 3 ਕਹਿਣ ਦੇ ਉੱਪਰ ਤੁਸੀਂ ਵੀਡੀਓ ਪੌਜ਼ ਕਰ ਲੈਣੀ ਹੈ ਅਤੇ ਆਨਸਰ ਦੇਣੇ ਸਟਾਰਟ ਕਰ ਦੇਣੇ ਹੈਗੇ। ਹੇਅਰ ਗੋਜ਼ ਦਾ ਕਾਊਂਟਿੰਗ 1 2 3 ਐਂਡ ਗੋ। ਸੋ ਹੁਣ ਤੁਹਾਨੂੰ ਸਕਰੀਨ ਦੇ ਉੱਪਰ ਆਨਸਰ ਸ਼ੋ ਹੋ ਰਹੇ ਨੇਗੇ। ਤੁਸੀਂ ਪਹਿਲਾਂ ਤਾਂ ਆਪਣੇ ਆਨਸਰ ਮੈਚ ਕਰ ਲਓ, ਅਤੇ ਨਾਲ ਹੀ ਹਜੇ ਵੀਡੀਓ ਬੰਦ ਨਾ ਕਰੀਓ, ਕਿਉਂਕਿ ਮੇਨ ਕੰਮ ਤਾਂ ਮੇਰੇ ਦੋਸਤੋ ਇੱਥੇ ਸ਼ੁਰੂਆਤ ਹੋਏਗੀ। ਕਿਉਂ ਸਟਾਰਟ ਹੋਏਗਾ ਮੇਨ ਕੰਮ ਇੱਥੇ? ਕਿਉਂਕਿ ਮੈਂ ਤੁਹਾਨੂੰ ਰੀਜ਼ਨ ਵੀ ਦੱਸਾਂਗਾ ਕਿ ਵੀ ਇੱਥੇ ਇਹ ਹੀ ਕਿਉਂ ਆਇਆ। ਮੈਨੂੰ ਪਤਾ ਸਪੈਸ਼ਲੀ ਆਰਟੀਕਲ ਦੇ ਵੀ ਤੁਹਾਡੇ ਬਹੁਤ ਤਰ੍ਹਾਂ ਦੇ ਸਵਾਲ ਆਉਣਗੇ ਕਿ ਸਰ ਤੁਸੀਂ ਤਾਂ ਕਿਹਾ ਸੀ, ਹੁਣ ਇੱਥੇ ਆਹ ਲਾਇਆ ਪਿਆ ਤੁਸੀਂ, ਇਹ ਕੀ ਚੱਕਰ ਹੈਗਾ। ਲੋ ਜੀ, ਫਸਟ ਸੈਂਟੈਂਸ ਹੈ ਦ ਪੰਜਾਬੀ ਲੈਂਗੁਏਜ ਇਜ਼ ਲੌਜੀਕਲ। ਤੁਹਾਨੂੰ ਮੈਂ ਇੱਕ ਦੱਸਿਆ ਸੀਗਾ ਕਿ ਜਦੋਂ ਕੋਈ ਭਾਸ਼ਾ ਹੁੰਦੀ ਹੈਗੀ, ਭਾਸ਼ਾ, ਤਾਂ ਉਹਦੇ ਅੱਗੇ ਕੁਛ ਵੀ ਨਹੀਂ ਲੱਗਦਾ। ਬਿਲਕੁਲ ਮੈਂ ਹੁਣ ਵੀ ਕਹਿਣਾ ਗਾ, ਪਰ ਤੁਸੀਂ ਇੱਥੇ ਗੌਰ ਕਰੋ। ਕੀ ਗੌਰ ਕਰਨ ਵਾਲੀ ਗੱਲ ਹੈਗੀ ਕਿ ਇੱਥੇ ਅਗਰ ਕੱਲੀ ਪੰਜਾਬੀ ਹੁੰਦੀ ਫਿਰ ਤਾਂ ਇੱਥੇ ਨੋ ਲੱਗਣਾ ਸੀ, ਕੁਛ ਵੀ ਨਹੀਂ ਲੱਗਣਾ ਸੀਗਾ। ਪਰ ਇੱਥੇ ਨਾਲ ਪੰਜਾਬੀ ਦੇ ਲੈਂਗੁਏਜ ਪਿਆ ਹੈਗਾ, ਜਾਂ ਲੈਂਗੁਏਜ ਦੀ ਵਿਸ਼ੇਸ਼ਤਾ ਇੱਥੇ ਪੰਜਾਬੀ ਹੈਗੀ, ਇਸੇ ਕਰਕੇ ਵਿਸ਼ੇਸ਼ਤਾ ਲੱਗੀ ਹੋਣ ਕਰਕੇ ਇੱਥੇ ਦਾ ਲੱਗ ਗਿਆ। ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂਗਾ, ਵੈਸੇ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਅੱਗੇ ਕੁਛ ਵੀ ਨਹੀਂ ਲੱਗਦਾ ਹੈਗਾ, ਨਾ ਏ ਲੱਗੇ, ਨਾ ਐਨ ਲੱਗੇ, ਨਾ ਦਾ ਲੱਗੇ। ਜਿਸ ਤਰ੍ਹਾਂ ਕਿ ਬੰਦੇ ਦਾ ਨਾਮ ਹੋ ਗਿਆ, ਕਿਸੇ ਜਗ੍ਹਾ ਦਾ ਨਾਮ ਕਿਸੇ ਬੰਦੇ ਦਾ ਨਾਮ ਹੋ ਗਿਆ, ਕਿਸੇ ਕਹਿ ਲਓ ਕਿ ਕਿਸੇ ਸ਼ਹਿਰ ਦਾ ਨਾਮ, ਦੇਸ਼ ਦਾ ਨਾਮ ਹੁੰਦਾ। ਪਰ ਜੇ ਉਸ ਦੇ ਅੱਗੇ, ਉਸ ਨਾਉਨ ਦੇ ਅੱਗੇ ਕੋਈ ਵਿਸ਼ੇਸ਼ਣ ਲੱਗ ਜੇ, ਐਡਜੈਕਟਿਵ ਲੱਗ ਜੇ, ਤਾਂ ਦਾ ਲੱਗ ਸਕਦਾ। ਹੁਣ ਇੱਥੇ ਵੀ ਉਹੀ ਚੀਜ਼ ਆ ਗਈ, ਭਾਸ਼ਾ ਦੀ ਵਿਸ਼ੇਸ਼ਤਾ ਹੈਗੀ ਹੈ ਪੰਜਾਬੀ, ਇਸੇ ਕਰਕੇ ਇੱਥੇ ਦਾ ਲੱਗ ਗਿਆ ਜੀ। ਸਮਝ ਆਇਆ? ਦੂਸਰਾ ਹੈ ਦਿਸ ਇਜ਼ ਮੇਡ ਇਨ ਦ ਯੂਨਾਈਟਿਡ ਕਿੰਗਡਮ। ਇਹ ਤਾਂ ਤੁਹਾਡੇ ਕਲੀਅਰ ਹੋ ਗਿਆ ਹੋਏਗਾ। ਵੈਸੇ ਕੀ ਹੁੰਦਾ ਹੈਗਾ, ਕਿਸੇ ਵੀ ਦੇਸ਼ ਦੇ ਅੱਗੇ ਦਾ ਨਹੀਂ ਲੱਗਦਾ ਹੁੰਦਾ, ਪਰ ਇੱਥੇ ਕੀ ਹੈਗਾ, ਇਹ ਯੂਨਾਈਟਿਡ ਕਿੰਗਡਮ ਆ। ਤੁਹਾਨੂੰ ਦੱਸਿਆ ਯੂਨਾਈਟਿਡ ਕਿੰਗਡਮ ਹੋਵੇ UK ਮਤਲਬ, ਜਾਂ UAE ਹੋਵੇ, USA ਹੋਵੇ, ਉਹਦੇ ਅੱਗੇ ਦਾ ਲੱਗ ਸਕਦਾ ਹੈਗਾ। ਉਸ ਤੋਂ ਬਾਅਦ ਤੁਸੀਂ ਕਹੋਗੇ ਸਰ ਇੱਥੇ ਐਕਸਰਸਾਈਜ਼ ਦੇ ਵਿੱਚ ਕੀ ਖਾਸ ਹੈਗਾ, ਜਾਂ ਨਾ ਹੀ ਇਹ ਪਲੂਰਲ ਹੈਗਾ, ਨਾ ਹੀ ਇਹ ਕੋਈ ਖਾਸ ਆ, ਫਿਰ ਵੀ ਦਾ ਕਿਉਂ ਲੱਗ ਗਿਆ? ਤਾਂ ਦੋਸਤੋ ਵੈਸੇ ਤਾਂ ਐਕਸਰਸਾਈਜ਼ ਕਾਮਨ ਜਿਹੀ ਚੀਜ਼ ਹੈਗੀ, ਪਰ ਇੱਥੇ ਐਕਸਰਸਾਈਜ਼ ਖਾਸ ਤਾਂ ਹੋਗੀ ਕਿਉਂਕਿ ਇਹ ਐਕਸਰਸਾਈਜ਼ ਇਹ ਕਰ ਰਿਹਾ ਹੈਗਾ। ਇੱਥੇ ਕੀ ਬਣਿਆ,
ਐਕਸਰਸਾਈਜ਼ ਜਿਹੜੀ ਉਹ ਕਰ ਰਿਹਾ ਹੈਗਾ ਬੜੀ ਆਸਾਨ ਆ ਗਈ ਉਹ। ਹੁਣ ਇੱਥੇ ਐਕਸਰਸਾਈਜ਼ ਖਾਸ ਕਿਉਂ ਹੋ ਗਈ ਇੱਥੇ ਐਕਸਰਸਾਈਜ਼ ਖਾਸ ਇਸੇ ਗੱਲ ਕਰਕੇ ਹੋ ਗਈ ਕਿਉਂਕਿ ਇਹ ਉਹ ਕਰ ਰਿਹਾ ਹੈਗਾ ਇੱਥੇ। ਉਹ ਤਾਂ ਐਕਸਰਸਾਈਜ਼ ਉਹ ਗੱਲ ਕਰਦੇ ਫਿਰ ਤਾਂ ਕਾਮਨ ਹੋਣਾ ਸੀਗਾ, ਸੋ ਇੱਥੇ ਦਾ ਆਨਸਰ ਆ ਗਿਆ। ਉਸ ਤੋਂ ਬਾਅਦ ਮਾਈ ਫਰੈਂਡ ਲਿਵਸ ਐਟ, ਮੈਨੂੰ ਪਤਾ ਇੱਥੇ ਵੀ ਤੁਹਾਨੂੰ ਕਨਫਿਊਜ਼ਨ ਹੋਊਗੀ ਵੀ ਤੁਸੀਂ ਇਨ ਕਿਉਂ ਨਹੀਂ ਲਗਾਇਆ, ਔਨ ਕਿਉਂ ਨਹੀਂ ਲਗਾਇਆ। ਤਾਂ ਮੇਰੀ ਗੱਲ ਗੌਰ ਨਾਲ ਸੁਣਿਓ, ਬੜੀ ਹੀ ਗੌਰ ਨਾਲ ਸੁਣਨ ਵਾਲੀ ਗੱਲ ਹੈਗੀ। ਜਦੋਂ ਪ੍ਰੋਪਰ ਐਡਰੈਸ ਹੁੰਦਾ, ਫਿਕਸ ਐਡਰੈਸ ਹੁੰਦਾ ਹੈਗਾ, ਆ ਜਿਹੜਾ ਹੈਗਾ ਨਾ ਇਹ ਜੋ ਹੈਸ਼ ਉਹ ਪਾਇਆ ਹੈਗਾ, ਇਹ ਮੇਰੇ ਯਾਦ ਨਹੀਂ ਆ ਰਿਹਾ ਇਹਨੂੰ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਇਹਨੂੰ ਮੇਰਾ ਦੱਸਿਓ, ਇਹਨੂੰ ਕੀ ਕਹਿੰਦੇ ਹੁੰਦੇ ਇਸ ਚੀਜ਼ ਨੂੰ। ਹਾਂ, ਇਹ ਚੀਜ਼ ਦਾ ਮਤਲਬ ਹੁੰਦਾ ਹਾਊਸ ਨੰਬਰ, ਠੀਕ ਹੈ। ਹਾਊਸ ਨੰਬਰ ਹੁੰਦਾ ਹੈਗਾ, ਜੋ ਹਾਊਸ ਨੰਬਰ ਆ ਗਿਆ ਉਹਨੂੰ ਐਗਜ਼ੈਕਟ ਐਡਰੈਸ ਆ ਗਿਆ, ਇਹਨੂੰ ਅੱਗੇ ਤੋੜ ਨਹੀਂ ਸਕਦੇ, ਫਿਕਸ ਹੋ ਗਿਆ, ਇਸੇ ਕਰਕੇ ਇੱਥੇ ਐਟ ਲੱਗਦਾ। ਅਜਿਹਾ ਐਡਰੈਸ ਜਿਹਨੂੰ ਕਿ ਅੱਗੇ ਤੋੜ ਨਹੀਂ ਸਕਦੇ, ਸਭ ਤੋਂ ਛੋਟਾ ਐਡਰੈਸ ਹੁੰਦਾ, ਉਹਦੇ ਅੱਗੇ ਕੀ ਲੱਗਦਾ ਹੁੰਦਾ, ਉਸਦੇ ਅੱਗੇ ਲੱਗਦਾ ਹੁੰਦਾ ਐਟ। ਓਕੇ, ਨੈਕਸਟ ਹੈ ਮਾਈ ਫਰੈਂਡ ਹੈਜ਼ ਸ਼ਿਫਟਡ ਟੂ ਅਮੈਰੀਕਾ, ਅਮੈਰੀਕਾ ਚਲਾ ਗਿਆ, ਇਹ ਤਾਂ ਕੋਈ ਚੀਜ਼ ਦੀ ਦਿੱਕਤ ਨਹੀਂ। ਸ਼ਿਫਟ ਜਦੋਂ ਹੋਣਾ ਹੁੰਦਾ ਤਾਂ ਸ਼ਿਫਟ ਇੱਕ ਤੋਂ ਦੂਜੀ ਥਾਂ ਜਾਂਦਾ ਹੁੰਦਾ, ਤੇ ਜਦੋਂ ਵੀ ਕੋਈ ਚੀਜ਼ ਇੱਕ ਤੋਂ ਦੂਜੀ ਥਾਂ ਜਾਂਦੀ ਹੈ ਤਾਂ ਟੂ ਲੱਗਦਾ ਹੁੰਦਾ, ਦੂਜੇ ਤੋਂ ਪਹਿਲੀ ਥਾਂ ਤੇ ਆਉਣਾ ਹੁੰਦਾ ਤਾਂ ਫਰੋਮ ਲੱਗਦਾ ਹੁੰਦਾ। ਜਦੋਂ ਅਸੀਂ ਲੈਟਰ ਸੈਂਡ ਕਰਦੇ ਹੁੰਦੇ, ਐਪਲੀਕੇਸ਼ਨ ਭੇਜਦੇ ਆਪਾਂ ਅੱਗੇ ਤੋਂ ਭੇਜਦੇ ਹੁੰਦੇ, ਆਪਣੇ ਤੋਂ ਅੱਗੇ ਜਾਂਦਾ ਹੈਗਾ, ਤਾਂ ਜੀ ਅਸੀਂ ਟੂ ਲਗਾਉਣੇ ਹੁੰਦੇ, ਉੱਥੇ ਏਸੀ ਵੀ ਇੱਥੇ ਵੀ ਟੂ ਲਗਾਇਆ। ਓਕੇ, ਸਮਝ ਗਏ। ਆਈ ਐਮ ਨੋਟ ਵਨ ਡੈਸ਼ ਯੂ ਆਲ, ਆਲ ਹੁਣ ਵੈਸੇ ਆਪਾਂ ਕਹਾਂਗੇ ਆਲ ਤਾਂ ਦੋ ਵੀ ਹੋ ਸਕਦੇ ਆ, ਬਿਟਵੀਨ ਵੀ ਆ ਸਕਦਾ ਸੀ, ਉੱਥੇ ਨਹੀਂ। ਆਪਾਂ ਇੱਥੇ ਨਾ ਵੱਡੇ ਚੀਜ਼ ਲੈ ਕੇ ਚੱਲਦੇ ਹੁੰਦੇ ਆ, ਆਲ ਜਿਹੜਾ ਹੈ ਦੋ ਤੋਂ ਵੱਧ ਮੰਨ ਕੇ ਹੀ ਚੱਲਦੇ ਹੁੰਦੇ ਹੈਗੇ। ਤੇ ਜਦੋਂ ਕੋਈ ਚੀਜ਼ ਦੋ ਤੋਂ ਵੱਧ ਜੇ, ਉਹਨਾਂ ਦੇ ਵਿੱਚੋਂ ਇੱਕ ਦੀ ਗੱਲ ਕਰੀਏ ਤਾਂ ਅਸੀਂ ਉੱਥੇ ਅਮੰਗ ਲਾਉਣੇ ਹੁੰਦੇ, ਬਿਟਵੀਨ ਨਹੀਂ ਲਾਉਂਦੇ। ਬਿਟਵੀਨ ਸਿਰਫ ਦੋ ਦੇ ਵਿੱਚ ਹੀ ਲੱਗਦਾ ਹੁੰਦਾ। ਇਹ ਤੁਹਾਡੇ ਤੋਂ ਪੁੱਛਿਆ ਗਿਆ ਸੀ ਕਿ ਵਰਬ ਦੀ ਫਾਰਮ ਪਹਿਚਾਣੋ, ਤੇ ਮੈਨੂੰ ਪਤਾ ਸੀ ਵਰਬ ਦੀ ਫਾਰਮ ਪਹਿਚਾਣ ਵੀ ਲਈ ਹੈਗੀ, ਬਹੁਤ ਸੋਹਣੇ ਢੰਗ ਨਾਲ ਪਹਿਚਾਣ ਲਈ ਹੈਗੀ। ਤੇ ਦੇ ਵਰ ਪਲੇਇੰਗ ਇਨ ਦਾ ਪਾਰਕ, ਸੋ ਪਲੇਇੰਗ ਕੀ ਹੋ ਗਿਆ ਇੱਥੇ, ਪਲੇਇੰਗ ਇੱਥੇ ਵਰਬ ਦੀ ਫਾਰਮ, ਕਿਉਂਕਿ ਤੁਹਾਨੂੰ ਦੱਸਿਆ ਸੀਗਾ ਕਿ ਹੈਲਪਿੰਗ ਵਰਬ ਜਿਹੜੀ ਹੁੰਦੀ ਹੈ ਜਾਂ ਮਾਡਲ ਹੁੰਦਾ, ਉਸ ਤੋਂ ਬਾਅਦ ਵਰਬ ਦੀ ਫਾਰਮ ਪਈ ਹੁੰਦੀ ਆ, ਜਾਂ ਫਿਰ ਵਰਬ ਦੀ ਫਾਰਮ ਪਈ ਹੁੰਦੀ ਹੈ ਕਿ ਨੋਟ ਤੋਂ ਬਾਅਦ। ਹੁਣ ਇੱਥੇ ਨੋਟ ਵਾਲਾ ਚੱਕਰ ਤਾਂ ਚਲੋ ਨਹੀਂ ਹੈਗਾ, ਬਟ ਇੱਥੇ ਹੈਲਪਿੰਗ ਵਰਬ ਤਾਂ ਪਈਆਂ ਨਾ। ਕਈ ਵਾਰ ਹੈਲਪਿੰਗ ਵਰਬ ਮਾਡਲ ਨਹੀਂ ਹੁੰਦਾ ਹੈਗਾ, ਐਗਜ਼ਿਲਰੀ ਨਹੀਂ ਹੁੰਦੀ, ਤਾਂ ਉੱਥੇ ਵਰਬ ਦੀ ਫਾਰਮ ਸੈਕਿੰਡ ਨੰਬਰ ਦੇ ਉੱਪਰ ਪਈ ਹੁੰਦੀ ਹੈ। ਇੱਥੇ ਹੁਣ ਇਹ ਹੈਗੀ। ਦੂਸਰਾ ਆਈ ਹੈਵ ਮੇਡ ਇਟ, ਹੁਣ ਹੈਵ ਇੱਥੇ ਅਗੇਨ ਐਗਜ਼ਿਲਰੀ ਹੈਗੀ, ਮਤਲਬ ਹੈਲਪਿੰਗ ਵਰਬ ਹੈਗੀ ਇਹ, ਇਸੇ ਕਰਕੇ ਇੱਥੇ ਮੇਡ ਵਰਬ ਦੀ ਫਾਰਮ ਆ ਗਈ। ਪਰ ਇੱਥੇ ਧਿਆਨ ਦੇਣ ਵਾਲੀ ਗੱਲ ਆ ਸਟੂਡੈਂਟ, ਇੱਥੇ ਕਈ ਸਟੂਡੈਂਟ ਨਾ ਕਾਲੀ ਦੇ ਵਿੱਚ ਬੀਨ ਨੂੰ ਵਰਬ ਦੀ ਫਾਰਮ ਲਗਾ ਦਿੰਦੇ। ਨਹੀਂ ਮੇਰੇ ਦੋਸਤੋ, ਯਾਦ ਰੱਖਿਓ ਬੀਨ ਵਰਬ ਦੀ ਫਾਰਮ ਨਹੀਂ ਹੁੰਦੀ ਗੀ, ਇਹ ਤਾਂ ਸਿਰਫ ਹੈਵ ਦੇ ਨਾਲ ਲੱਗਿਆ ਹੋਇਆ, ਹੈਵ ਬੀਨ, ਇਹ ਤਾਂ ਪੈਸਿਵ ਫਾਰਮ ਲਗਾ ਲਓ ਸੀ। ਤੇ ਜਾਂ ਇਹਨੂੰ ਵੈਸੇ ਤੁਸੀਂ ਕਹਿ ਲਓ ਇਹ ਪਰਫੈਕਟ ਕੰਟੀਨਿਊਸ ਆ, ਪੈਸਿਵ ਤਾਂ ਨਹੀਂ ਹੈਗਾ, ਪਰਫੈਕਟ ਕੰਟੀਨਿਊਸ ਆ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਪਿਛਲੀ ਜਿਹੜੀ ਹੁੰਦੀ ਹੈਗੀ ਵਰਬ ਦੀ ਫਾਰਮ ਉਹ ਮੇਨ ਹੁੰਦੀ ਹੈਗੀ। ਉਸ ਤੋਂ ਬॉयਜ਼ ਐਂਡ देयर ਪੈਟਸ, ਦੇਖੋ ਇੱਥੇ ਬॉयਜ਼ ਲੱਗਿਆ ਹੋਇਆ ਹੈਗਾ, ਇੱਥੇ ਇਹ ਵੀ ਬਹੁਵਚਨ ਆ, ਇਹ ਵੀ ਬਹੁਵਚਨ ਆ, ਇਸੇ ਕਰਕੇ ਇੱਥੇ ਆਰ ਆ ਗਿਆ। ਪਰ ਨਾ ਇੱਕ ਮੈਂ ਲਾਸਟ ਟਾਈਮ ਇੱਕ ਸੈਂਟੈਂਸ ਪਾਇਆ ਸੀਗਾ, ਉਹਦੇ ਵਿੱਚ ਮੈਂ ਪਾਇਆ ਸੀ ਕਿੱਦਾਂ ਦਾ ਸੈਂਟੈਂਸ ਸੀ, ਸ਼ਾਇਦ ਹੀ ਐਂਡ ਆਈ, ਤਾਂ ਸਟੂਡੈਂਟ ਨੇ ਐਮ ਲਗਾਇਆ, ਤਾਂ ਉਹਨਾਂ ਦਾ ਸਵਾਲ ਆਇਆ ਮੇਰੇ ਕੋਲ ਵੀ ਸਰ ਇੱਥੇ ਆਰ ਕਿਉਂ ਆ ਗਿਆ, ਐਮ ਕਿਉਂ ਨਹੀਂ ਆਇਆ। ਤਾਂ ਸਿਰਫ ਤੁਸੀਂ ਇਹਨੂੰ ਨਾ ਵੇਖੋ ਖਾਲੀ ਥਾਂ ਤੋਂ ਪਹਿਲਾਂ, ਤੁਸੀਂ ਵੇਖੋ ਇੱਥੇ ਦੋ ਚੀਜ਼ਾਂ ਦੀ ਗੱਲ ਹੋ ਰਹੀ ਹੈ, ਇੱਥੇ ਹੀ ਵੀ ਹੈ, ਆਈ ਵੀ ਹੈ। ਹੀ ਵੀ ਇੱਕ ਹੋ ਗਿਆ, ਆਈ ਵੀ ਇੱਕ ਹੋ ਗਿਆ, ਦੋਨੋਂ ਨੂੰ ਮਿਲਾਇਆ ਤਾਂ ਦੋ ਹੋ ਗਏ, ਦੋ ਮਤਲਬ ਬਹੁਵਚਨ ਪਲੂਰਲ ਹੋ ਗਏ, ਤੇ ਪਲੂਰਲ ਦੇ ਨਾਲ ਕੀ ਲੱਗਦਾ ਹੈਗਾ, ਆਰ ਲੱਗਦਾ। ਤੁਹਾਡੇ ਵਿੱਚੋਂ ਜੋ ਕੋਈ ਕਲਾਸ ਪਹਿਲੀ ਵਾਰ ਲਗਾ ਰਿਹਾ, ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਲੈਣ। ਤੇ ਨਾਲ ਦੀ ਨਾਲ ਕੀ ਕਰਨਾ, ਆਪਣੀ ਜੋ ਇੱਕ ਪਲੇਲਿਸਟ ਬਣੀ ਹੋਈ ਹੈਗੀ ਪੰਜਾਬ ਪੁਲਿਸ ਪਲੇਲਿਸਟ ਬਣੀ ਹੈ, ਉਹਦੇ ਵਿੱਚ ਜਿਹੜੀਆਂ ਹੁਣ ਤੱਕ ਦੀਆਂ ਕਲਾਸਿਸ ਲੱਗੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ। ਤੇ ਨਾਲ ਹੀ ਇਸੇ ਵੀਡੀਓ ਦੀ ਹੇਠਾਂ ਤੁਸੀਂ ਵੇਖੋ ਕਮੈਂਟ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਤੁਹਾਡੇ ਕੋਲ ਲਿੰਕ ਦਿੱਤੇ ਹੋਏ ਨੇ, ਤਾਂ ਕਿ ਤੁਸੀਂ ਆਸਾਨੀ ਨਾਲ ਜੋ ਪਿਛਲੀਆਂ ਕਲਾਸਿਸ ਲੱਗੀਆਂ ਨੇ ਉਹ ਲਗਾ ਸਕੋ। ਹੁਣ ਅੱਗੇ ਵਧਦੇ ਆਂਗੇ ਆਪਾਂ। ਨਾਈਦਰ ਆਫ ਯੂ ਡੈਸ਼ ਵਿਨਰ, ਤੁਸੀਂ ਕਹੋਗੇ ਇਸ ਕਿਵੇਂ ਆ ਗਿਆ ਇੱਥੇ, ਤਾਂ ਯੂ ਸੀਗਾ, ਫਿਰ ਉਹੀ ਗੱਲ ਕਹਿ ਰਹੇ, ਇੱਥੇ ਯੂ ਦੀ ਗੱਲ ਨਹੀਂ ਹੋ ਰਹੀ ਇੱਥੇ ਦੋਸਤੋ, ਇੱਥੇ ਗੱਲ ਹੋ ਰਹੀ ਹੈ ਨਾਈਦਰ ਦੀ। ਨਾਈਦਰ ਦਾ ਮਤਲਬ ਕੋਈ ਵੀ ਨਹੀਂ ਹੈਗਾ, ਕੋਈ ਵੀ ਮਤਲਬ ਇੱਕ। ਮੈਂ ਅਗਰ ਤੁਹਾਨੂੰ ਕਹਾਂ ਤੁਹਾਡੇ ਵਿੱਚੋਂ ਕੋਈ ਵੀ ਗਲਤ ਨਹੀਂ ਹੈਗਾ, ਸਾਰੇ ਠੀਕ ਹੋਗੇ, ਕੋਈ ਵੀ ਮਤਲਬ ਕਿ ਗਲਤ ਇੱਕ ਦੀ ਹੋਈ ਆ ਨਾ, ਤਾਂ ਇੱਥੇ ਨਾਈਦਰ ਜਦੋਂ ਹੋਵੇ, ਨਾਈਦਰ ਹੋਵੇ ਇੱਥੇ, ਚਾਹੇ ਨੌਰ ਹੋਵੇ, ਚਾਹੇ ਆਈਦਰ ਹੋਵੇ, ਚਾਹੇ ਔਰ ਹੋਵੇ, ਇੱਥੇ ਸਿੰਗੂਲਰ ਫਾਰਮ ਹੀ ਲੱਗਦੀ ਹੈ, ਮਤਲਬ ਈਜ਼ੀ ਲੱਗਦਾ ਹੈਗਾ। ਉਸ ਤੋਂ ਬਾਅਦ 20 ਮਾਈ, ਤੁਸੀਂ ਕਹੋਗੇ ਸਰ ਹੁੰਦਾ ਧੱਕਾ ਹੀ ਹੈ ਜੀ ਇੱਥੇ, ਬਾਈ ਇਹ ਤਾਂ ਧੱਕਾ ਹੀ ਹੈਗਾ ਨਾ, ਤੁਸੀਂ ਕੁਛ ਯਾਨੀ ਇਹ ਵੀ ਕਹੋਗੇ ਨਹੀਂ ਬਾਈ ਜੀ ਇੱਥੇ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ, ਕੋਈ ਧੱਕਾ ਨਹੀਂ ਹੈਗਾ। ਜਦੋਂ ਮੈਂ ਇੱਥੇ ਅਲੱਗ ਤੋਂ ਲਿਖ ਦਾਂਗਾ ਕੋਈ ਡਿਸਟੈਂਸ ਮਤਲਬ ਦੂਰੀ, ਹੁਣ ਡਿਸਟੈਂਸ ਜਿਹੜੀ ਦੂਰੀ ਹੁੰਦੀ ਹੈਗੀ ਉਹ ਮਾਈਲ ਦੇ ਵਿੱਚ ਹੁੰਦੀ ਹੈ, ਮਤਲਬ ਜਿਹਨੂੰ ਮੀਲ ਕਹਿ ਦਿੰਦੇ ਪੰਜਾਬੀ ਦੇ ਵਿੱਚ, ਕਿਲੋਮੀਟਰ ਦੇ ਵਿੱਚ ਆਪਾਂ ਕਹਿ ਦਿੰਦੇ ਹੁੰਦੇ ਹੈਗੇ। ਜਾਂ ਮੈਂ ਤੁਹਾਨੂੰ ਕਹਾਂ ਮਨੀ, ਪੈਸਿਆਂ ਦੀ ਗੱਲ ਕਰੀਏ, ਜਿਵੇਂ ਆਪਾਂ ਕਹੀਏ ਵੀ 1000 1 ਲੱਖ, ਚਾਹੇ ਲੱਖ ਨੇਗੇ ਉਹ 1000 ਹੈਗਾ। ਜਾਂ ਇੱਕ ਆਪਾਂ ਕਹੀਏ ਵੇਟ,
ਭਾਰ ਭਾਰ ਕਿਲੋਗ੍ਰਾਮ ਦੇ ਵਿੱਚ ਆ, ਚਾਹੇ ਉਹ 10 ਕਿਲੋ ਹੈਗਾ, ਚਾਹੇ ਉਹ 20 ਕਿਲੋ, ਚਾਹੇ 100 ਕਿਲੋ, ਚਾਹੇ ਕਿੰਨਾ ਵੀ ਹੈਗਾ, ਚਾਹੇ ਕੁਇੰਟਲ ਹੈਗਾ। ਇਹਨਾਂ ਚੀਜ਼ਾਂ ਦੇ ਨਾਲ ਹਮੇਸ਼ਾ ਸਿੰਗੂਲਰ ਚੀਜ਼ ਲੱਗਦੀ ਹੈ, ਮਤਲਬ ਇਜ਼ ਲੱਗਦਾ ਹੈਗਾ, ਹੈਜ਼ ਲੱਗਦਾ, ਵਾਜ਼ ਲੱਗਦਾ ਹੈਗਾ, ਵਰਬ ਦੀ ਫਸਟ ਫਾਰਮ ਨਾਲ ਐਸ ਜਾਂ ਈ ਐਸ ਲੱਗਦੀ ਹੈ ਜਾਂ ਡਜ਼ ਲੱਗਦਾ। ਸੋ ਇਹ ਉਹ ਚੀਜ਼ਾਂ ਨੇਗੀਆਂ, ਯਾਦ ਰੱਖਿਓ, ਬੜੀਆਂ ਇੰਪੋਰਟੈਂਟ ਚੀਜ਼ਾਂ ਨੇਗੀਆਂ। ਕੋਈ ਦੂਰੀ ਦੀ ਗੱਲ ਹੁੰਦੀ ਹੋਵੇ, ਕਿਲੋਮੀਟਰ ਜਾਂ ਮੀਲ ਦੀ ਗੱਲ ਕਰੇ ਹੋਵੇ, ਪੈਸੇ ਦੀ ਗੱਲ ਆਪਾਂ ਕਹੀਏ 10 ਲੱਖ ਹੈਗਾ, 10 ਲੱਖ ਆਪਾਂ ਕਹਾਂਗੇ ਪਲੂਰਲ ਹੈਗਾ, ਨੋ ਡਾਊਟ ਪਲੂਰਲ ਹੈਗਾ, ਬਟ ਇਹ ਅੰਗਰੇਜ਼ੀ ਦੇ ਵਿੱਚ ਅਗਰ ਆਪਾਂ ਰੂਲ ਦੀ ਗੱਲ ਕਰੀਏ ਇਹਦੇ ਨਾਲ ਇਜ਼ ਲੱਗਦਾ ਹੈਗਾ। ਵੇਟ ਦੇ ਨਾਲ ਵੀ ਇਜ਼ ਹੀ ਲੱਗਦਾ, ਚਾਹੇ ਉਹ ਇੱਕ ਹੈਗਾ, ਚਾਹੇ ਹਜ਼ਾਰਾਂ, ਚਾਹੇ ਲੱਖਾਂ, ਕੁਛ ਵੀ ਹੋਵੇ, ਸਮਝ ਗਏ। ਇਸੇ ਕਰਕੇ ਇੱਥੇ ਇਜ਼ ਆਏਗਾ ਇੱਥੇ। ਉਸ ਤੋਂ ਬਾਅਦ ਹੈ ਹੈਵ ਯੂ ਮੇਡ ਹਿਮ ਲਾਫ। ਹੁਣ ਆਪਾਂ ਗੱਲ ਕਰਦੇ ਹਾਂ ਪੈਸਿਵ ਫਾਰਮ ਦੀ, ਹੈਵ ਯੂ ਮੇਡ ਹਿਮ ਲਾਫ। ਦੇਖੋ ਇਹਦੇ ਵਿੱਚ ਅਸੀਂ ਵੇਖਿਆ ਕਿ ਇੱਕ ਤਾਂ ਹੈਵ ਲੱਗਿਆ ਹੋਇਆ ਹੈਗਾ, ਇੱਕ ਵਰਬ ਦੀ ਥਰਡ ਫਾਰਮ ਲੱਗੀ ਹੋਈ ਹੈ, ਅਤੇ ਮੈਂ ਰੂਲ ਤੁਹਾਨੂੰ ਕਰਾਏ ਸੀ ਜਦੋਂ ਹੈਵ ਦੇ ਨਾਲ ਵਰਬ ਦੀ ਥਰਡ ਫਾਰਮ ਹੋਵੇ ਤਾਂ ਉਹਦੇ ਵਾਸਤੇ ਜ਼ਰੂਰੀ ਕੀ ਹੈਗਾ, ਹੈਜ਼ ਜਾਂ ਹੈਵ, ਕਿਉਂਕਿ ਹੈਵ ਦੀ ਫੈਮਿਲੀ ਹੈਜ਼, ਸੋ ਆਨਸਰ ਦੇ ਵਿੱਚ ਹੈਜ਼ ਵੀ ਹੋ ਸਕਦਾ, ਹੈਵ ਵੀ ਹੋ ਸਕਦਾ, ਨਾਲ ਬੀਨ ਲੱਗਣਾ ਜ਼ਰੂਰੀ ਹੈਗਾ, ਅਤੇ ਨਾਲ ਵਰਬ ਦੀ ਥਰਡ ਫਾਰਮ ਲੱਗਣਾ ਜ਼ਰੂਰੀ ਹੈ। ਜਦੋਂ ਆਪਾਂ ਤਿੰਨ ਚੀਜ਼ਾਂ ਵੇਖੀਏ, ਹੁਣ ਦੇਖੀਏ ਤੇ ਹੈਜ਼ ਹੈਵ ਬੀਨ ਮੇਡ, ਇਹ ਵੀ ਸਹੀ ਲੱਗਦਾ ਹੈਗਾ, ਆ ਵੀ ਸਹੀ ਲੱਗਦਾ ਹੈਗਾ, ਨਹੀਂ ਸੌਰੀ ਇਹਦੇ ਵਿੱਚ ਤਾਂ ਬੀਨ ਹੈ ਹੀ ਨਹੀਂ ਗਾ ਸੈਕਿੰਡ ਦੇ ਵਿੱਚ, ਇਸੇ ਕਰਕੇ ਤਾਂ ਪਹਿਲਾਂ ਹੀ ਗਲਤ ਹੋ ਗਿਆ। ਹੈਜ਼ ਹੀ ਬੀਨ ਮੇਡ ਹਿਮ, ਹੈਜ਼ ਹੀ ਬੀਨ ਮੇਡ ਲਾਫ ਬਾਈ ਯੂ, ਇਹ 'ਚ ਹੈਜ਼ ਲੱਗਿਆ ਹੋਇਆ, ਬੀਨ ਵੀ ਲੱਗਿਆ ਹੋਇਆ, ਮੇਡ ਵੀ ਲੱਗਿਆ, ਸੋ ਇਹ ਠੀਕ ਲੱਗਦਾ ਹੈਗਾ। ਆ ਨਨ ਵਾਲਾ ਤਾਂ ਗਲਤੀ ਨਹੀਂ ਹੈਗਾ, ਸੋ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਠੀਕ ਹੋ ਸਕਦਾ। ਕਿਵੇਂ? ਹੁਣ ਆਵਲ ਏ ਤੇ ਸੀ ਨੂੰ ਵੇਖੋ, ਹੁਣ ਇਹਦੇ ਵਿੱਚ ਹੈਵ ਕਿੱਥੇ ਹੈਗਾ, ਅੱਗੇ ਲੱਗਿਆ ਨਾ, ਸਾਈਨ ਆਫ ਇੰਟੈਰੋਗੇਸ਼ਨ ਆ ਪਿੱਛੇ। ਤਾਂ ਹੁਣ ਤੁਸੀਂ ਇਹ ਗੱਲ ਯਾਦ ਰੱਖਿਓ, ਜਿਹੜੇ ਨਾ ਵੋਇਸ ਹੁੰਦੇ ਉਹਦੇ ਵਿੱਚ ਸਿਰਫ ਸਬਜੈਕਟ ਆਬਜੈਕਟ ਬਣ ਜਾਂਦਾ, ਆਬਜੈਕਟ ਸਬਜੈਕਟ ਬਣ ਜਾਂਦਾ, ਮਤਲਬ ਕਿ ਅਗਲੀ ਚੀਜ਼ ਪਿੱਛੇ, ਪਿਛਲੀ ਚੀਜ਼ ਅੱਗੇ। ਪਰ ਜਿਹੜੇ ਇਸ ਤੋਂ ਇਲਾਵਾ ਬਾਕੀ ਚੀਜ਼ਾਂ ਨੇਗੀਆਂ, ਉਹ ਨਾਉਨ ਪ੍ਰਨਾਉਨ ਤੋਂ ਇਲਾਵਾ ਬਾਕੀ ਚੀਜ਼ਾਂ ਨੇ ਸਾਰੀਆਂ ਉੱਥੇ ਦੀ ਉੱਥੇ ਰਹਿੰਦੀਆਂ ਨੇਗੀਆਂ, ਸਾਰਾ ਕੁਝ ਉੱਥੇ ਹੀ ਰਹਿੰਦਾ। ਜਿਵੇਂ ਹੁਣ ਹੈਵ ਆ ਪਹਿਲੇ ਨੰਬਰ 'ਤੇ, ਇੱਥੇ ਵੀ ਹੈ ਪਹਿਲੇ 'ਤੇ ਹੀ ਹੋਊਗਾ। ਚਲੋ ਇੱਥੇ ਹੈਵ ਨਹੀਂ ਹੈਗਾ, ਹੈਜ਼ ਹੈਗਾ, ਕਿਉਂ? ਕਿਉਂਕਿ ਹਿਮ ਦਾ ਮੂਹਰੇ ਆ ਕੇ ਕੀ ਬਣ ਗਿਆ, ਹੀ, ਇਸੇ ਕਰਕੇ ਇਹ ਵਾਲੀ ਸਟਰਕਚਰ ਸਹੀ ਹੈਗੀ। ਉਸ ਤੋਂ ਬਾਅਦ ਹੈ ਬॉयਜ਼ ਵੌਨ ਦਾ ਮੈਚ, ਬੜਾ ਸੌਖਾ ਕੰਮ ਹੈ। ਵਰਬ ਦੀ ਸੈਕਿੰਡ ਫਾਰਮ ਲੱਗੀ ਹੋਈ ਆ, ਸੈਕਿੰਡ ਫਾਰਮ ਮਤਲਬ ਜਦੋਂ ਪੈਸਿਵ ਬਣਾਵਾਂਗੇ ਉਦੋਂ ਇਜ਼ ਐਮ ਸੌਰੀ ਵਾਜ਼ ਵਰ ਦੇ ਨਾਲ ਵਰਬ ਦੀ ਥਰਡ ਫਾਰਮ ਲੱਗਦੀ ਹੈ। ਹੁਣ ਇੱਥੇ ਤੁਸੀਂ ਵੇਖੋ, ਹੁਣ ਇਹਦੇ ਵਿੱਚ ਵਾਜ਼ ਵਰ ਦੇ ਨਾਲ ਥਰਡ ਫਾਰਮ, ਹੁਣ ਦੇਖੋ ਵਾਜ਼ ਇੱਥੇ ਵੀ ਆ, ਵਾਜ਼ ਇੱਥੇ ਵੀ ਆ, ਪਰ ਇੱਥੇ ਵਰਬ ਦੀ ਫਸਟ ਫਾਰਮ ਆ, ਇੱਥੇ ਸੈਕਿੰਡ ਫਾਰਮ ਆ ਗਈ, ਇਸੇ ਕਰਕੇ ਆਹ ਗਲਤ ਹੋ ਗਿਆ। ਇਹਦੇ ਵਿੱਚ ਤਾਂ ਕੁਝ ਹੈ ਹੀ ਨਹੀਂਗਾ, ਆ ਵੀ ਗਲਤ ਹੋ ਗਿਆ, ਸੋ ਨਨ ਵੀ ਗਲਤ ਹੋ ਗਿਆ। ਸੋ ਕਹਿਣ ਦਾ ਮਤਲਬ ਇੱਥੇ ਆਹ ਸਹੀ ਹੈਗਾ। ਲਾਸਟ ਦੇ ਵਿੱਚ ਦੇਖੀਏ ਆਈ ਵਾਜ਼ ਵਾਚਿੰਗ TV। ਸੋ ਵਾਚਿੰਗ ਲੱਗਿਆ ਹੋਇਆ, ਜਦੋਂ ਵਾਚਿੰਗ ਵਗੈਰਾ ਹੁੰਦਾ ਤਾਂ ਉਹਦੇ ਯਾਦ ਹੈਗਾ ਕਿ ਉਹਦਾ ਫਸਟ ਫਾਰਮ ING ਦਾ ਬੀਂਗ ਲੱਗ ਜਾਂਦਾ, ਨਾਲ ਥਰਡ ਫਾਰਮ ਮੂਹਰੇ ਜਿਹੜੀ ਚੀਜ਼ ਹੈਗੀ ਆ ਉਹਦਾ ਲੱਗੂਗੀ। ਸੋ ਆਈ ਵਾਜ਼ ਵਾਚਿੰਗ TV, ਤਾਂ ਹੁਣ ਇਹਦਾ ਕੀ ਬਣ ਗਿਆ, ਉਹਦੇ 'ਚ ਵਾਜ਼ ਹੋਣਾ ਚਾਹੀਦਾ, ਬੀਂਗ ਹੋਣਾ ਚਾਹੀਦਾ, ਥਰਡ ਫਾਰਮ ਹੋਣੀ ਚਾਹੀਦੀ ਆ। ਪਹਿਲਾਂ ਵੇਖਿਆ ਹੈਗਾ ਜੀ, ਤਿੰਨੋਂ ਚੀਜ਼ਾਂ ਹੈਗੀਆਂ ਨੇ, ਸੋ ਇਹ ਵੀ ਠੀਕ ਹੋ ਸਕਦਾ। ਦੂਸਰੇ ਦੇ ਵਿੱਚ ਦੋ ਨੇਗੀਆਂ, ਮਤਲਬ ਗਲਤ ਹੈਗਾ। ਤੀਸਰੇ ਦੇ ਵਿੱਚ ਕਹਿੰਦੇ ਦੋਨੋਂ ਠੀਕ ਨੇ, ਇਹ ਵੀ ਗਲਤ ਆ ਕਿਉਂਕਿ ਇੱਕ ਗਲਤ ਹੋ ਗਿਆ, ਤੇ ਦੋਨੋਂ ਹੀ ਗਲਤ ਨੇ, ਇਹ ਵੀ ਗਲਤ ਆ, ਕਿਉਂ? ਦੋਨਾਂ ਦੇ ਵਿੱਚੋਂ ਇੱਕ ਠੀਕ ਆ, ਸੋ ਬਚਿਆ ਕੀ, ਇਹ ਵਾਲਾ। ਸੋ ਇਹ ਸੀ ਸਾਡਾ ਟੈਸਟ, ਠੀਕ ਆ। ਮੈਨੂੰ ਉਮੀਦ ਆ ਤੁਹਾਨੂੰ ਸਮਝ ਆ ਗਿਆ, ਕਿਉਂਕਿ ਟੈਸਟ ਸਿਰਫ ਦੇਣਾ ਨਹੀਂ ਜ਼ਰੂਰੀ ਹੁੰਦਾ, ਉਹਨਾਂ ਦੇ ਆਨਸਰ ਵੀ ਪਤਾ ਹੋਣੇ ਚਾਹੀਦੇ। ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਵੀ ਇਹਦਾ ਆਨਸਰ ਇਹੀ ਕਿਉਂ ਆਇਆ, ਹੋਰ ਕਿਉਂ ਨਹੀਂ ਆਇਆਗਾ। ਤੇ ਇਹਦੇ ਨਾਲ ਮੇਰੀ ਕਲਾਸ ਕੰਪਲੀਟ ਹੁੰਦੀ ਆ। ਜੋ ਇਸ ਤੋਂ ਬਾਅਦ ਟੌਪਿਕ ਰਹਿ ਗਏ ਨੈਕਸਟ ਕਲਾਸ ਦੇ ਵਿੱਚ ਲੈ ਕੇ ਆਊਂਗਾ, ਤੁਹਾਨੂੰ ਨਰੇਸ਼ਨ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ, ਕੁਝ ਟਰਾਂਸਲੇਸ਼ਨ ਦੀਆਂ ਹੋਰ ਐਕਟੀਵਿਟੀਜ਼ ਜਾਂ ਹੋਰ ਐਕਸਰਸਾਈਜ਼ਸ ਹੋਣਗੀਆਂ ਜਿਹੜੀਆਂ ਕਿ ਤੁਹਾਡੇ ਨਾਲ ਮੈਂ ਕਰੂੰਗਾ। ਤੁਹਾਡਾ ਸਾਰਿਆਂ ਦਾ ਸਾਥ ਦੇਣ ਦੇ ਲਈ, ਪਿਆਰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ, ਤੇ ਵੀਡੀਓ ਜ਼ਰੂਰ ਬਾਕੀਆਂ ਦੇ ਨਾਲ, ਸਾਰਿਆਂ ਨਾਲ ਸ਼ੇਅਰ ਕਰਨੀਆਂ, ਤਾਂ ਕਿ ਉਹਨਾਂ ਦਾ ਵੀ ਭਲਾ ਹੋ ਸਕੇ, ਨਾਲ ਤੁਹਾਡਾ ਵੀ ਭਲਾ ਹੋ ਸਕੇ, ਨਾਲ ਮੇਰਾ ਵੀ ਭਲਾ ਹੋ ਸਕੇ, ਕਿਉਂਕਿ ਇਹ ਸਾਰਾ ਕੁਝ ਨਾਲ ਹੀ ਚੱਲਦਾ ਹੈਗਾ। ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਤੋਂ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਵੱਸਦੇ ਰਹੋ, ਰੱਬ ਰਾਖਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।